ਸਲੋਕ ਨਿਰਗੁਣਿਆਰ ਇਆਨਿਆ ਸੋ ਪ੍ਰਭ ਸਦਾ ਸਮਾਲ। ਹੈ ਨਿਰਗੁਣ ਜੀਵ, ਇਆਨਿਆ ਤੋਂ ਭਾਵ ਅਣਜਾਣ, ਤੂੰ ਉਸ ਪਰਮਾਤਮਾ ਨੂੰ ਹਮੇਸ਼ਾ ਚਿੱਤ ਵਿੱਚ ਰੱਖ, ਯਾਦ ਵਿੱਚ ਰੱਖ, ਸਿਮਰਨ ਕਰਿਆ ਕਰ। ਜਿਨ ਕੀਆ ਤਿਸ ਚੀਤ ਰੱਖ, ਜਿਸ ਨੇ ਤੈਨੂੰ ਪੈਦਾ ਕੀਤਾ ਹੈ ਉਸ ਨੂੰ ਸਿਮਰਿਆ ਕਰ। ਨਾਨਕ ਨਿਭਹੀ ਨਾਲ, ਉਸ ਨੇ ਹੀ ਤੇਰਾ ਸਾਥ ਨਿਭਾਉਣਾ ਹੈ ਤੇ ਉਸ ਨੇ ਹੀ ਤੇਰੇ ਕੰਮ ਆਉਣਾ ਹੈ। ਅਸ਼ਟਪਦੀ ਰਮਈਆ ਕੇ ਗੁਣ ਚੇਤ ਪਰਾਨੀ। ਹੈ ਜੀਵ, ਤੂੰ ਰਮਈਆ ਤੋਂ ਭਾਵ ਜਿਹੜਾ ਪਰਮਾਤਮਾ ਰਮਿਆ ਹੋਇਆ ਹੈ ਉਸ ਦੇ ਗੁਣਾਂ ਨੂੰ ਚੇਤੇ ਵਿੱਚ ਕਰ। ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਕਵਨ ਮੂਲ ਤੋਂ ਭਾਵ ਜਿਸ ਨੇ ਤੈਨੂੰ ਮੁੱਢ ਤੋਂ ਤੈਨੂੰ ਕਿਹਾ ਕਿਹੋ ਜਿਹਾ ਸੋਹਣਾ ਬਣਾ ਕੇ ਇਸ ਸੰਸਾਰ ਨੂੰ ਵਿਖਾਇਆ ਹੈ, ਉਸ ਨੇ ਤੈਨੂੰ ਸੋਹਣਾ ਬਣਾ ਕੇ ਭੇਜਿਆ ਹੈ। ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਜਿਨ ਤੂੰ ਸਾਜ ਸਵਾਰ ਸਿਗਾਰਿਆ, ਜਿਸ ਨੇ ਤੈਨੂੰ ਸਾਜਿਆ ਹੈ, ਸਵਾਰਿਆ ਹੈ, ਸਿਗਾਰਿਆ ਭਾਵ ਸੋਹਣਾ ਬਣਾਇਆ ਹੈ। ਭਾਵ ਜੇ ਹੁਣ ਆਪਾਂ ਦੇਖੀਏ ਆਪਣੇ ਸੋਹਣੀਆਂ ਅੱਖਾਂ ਹਨ, ਸੋਹਣੇ ਆਈਬਰੋ ਹਨ, ਜੇ ਉਹ ਚੀਜ਼ਾਂ ਨਾ ਲਗਾਉਂਦਾ, ਜੇ ਕੰਨ ਨਾ ਲਗਾਉਂਦਾ ਅਸੀਂ ਨਹੀਂ ਦੇਖ ਸਕਦੇ। ਜੇ ਅੱਖ ਨਾ ਦਿੰਦਾ, ਕੰਨ ਨਾ ਲਗਾਉਂਦਾ ਅਸੀਂ ਨਹੀਂ ਸੁਣ ਸਕਦੇ। ਅੱਖ ਨਾ ਲਗਾਉਂਦਾ ਅਸੀਂ ਨਹੀਂ ਦੇਖ ਸਕਦੇ। ਇਹ ਨੱਕ ਨਾ ਲਗਾਉਂਦਾ ਅਸੀਂ ਨਹੀਂ ਸੁੰਘ ਸਕਦੇ ਕਿਸੇ ਚੀਜ਼ ਨੂੰ। ਅਤੇ ਉਸਨੇ ਇਹੋ ਜਿਹੀਆਂ ਚੀਜ਼ਾਂ ਸਾਨੂੰ ਬਖਸ਼ੀਆਂ ਹਨ, ਅਸੀਂ ਕਦੇ ਵਿਚਾਰੀਆਂ ਹੀ ਨਹੀਂ। ਗਰਭ ਅਗਨ ਮੈਂ ਹੈ ਜਿਨ੍ਹੈ ਉਬਾਰਿਆ। ਉਸ ਪਰਮਾਤਮਾ ਨੇ ਗਰਭ ਤੋਂ ਭਾਵ ਮਾਤਾ ਦੇ ਪੇਟ ਦੇ ਵਿੱਚ ਜਿਹੜੀ ਅਗਨੀ ਸੀ ਉੱਥੋਂ ਬਚਾਇਆ ਤੈਨੂੰ। ਫਿਰ ਜਦੋਂ ਤੂੰ ਆਇਆ, ਫਿਰ ਬਾਰ ਵਿਵਸਥਾ ਤੁਝ ਹੈ ਪਿਆਰਾ ਦੂਧ। ਜਦੋਂ ਤੂੰ ਛੋਟਾ ਸੀ ਉਦੋਂ ਤੈਨੂੰ ਦੁੱਧ ਪਿਆਰਾ ਸੀ, ਉਦੋਂ ਪਰਮਾਤਮਾ ਨੇ ਤੈਨੂੰ ਦੁੱਧ ਦਿੱਤਾ। ਭਰ ਜੋਬਨ ਭੋਜਨ ਸੁਖ ਸੂਧ। ਜਦੋਂ ਜਵਾਨੀ ਦਾ ਜੋਸ਼ ਚੜ੍ਹਿਆ, ਭਰ ਜੋਬਨ, ਉਦੋਂ ਤੈਨੂੰ ਭੋਜਨ, ਭਰੀ ਜਵਾਨੀ ਦੇ ਵਿੱਚ ਵੀ ਮੈਂ ਵਧੀਆ ਖਾਣਾ ਖਾਵਾਂ, ਵਧੀਆ ਸੁੱਖ ਪ੍ਰਾਪਤ ਹਾਸਲ ਕਰਾਂ। ਸੂਦ ਤੋਂ ਭਾਵ ਸੋਝੀ ਹੋਈ ਇਹਨਾਂ ਚੀਜ਼ਾਂ ਦੀ। ਫਿਰ ਜਦੋਂ ਤੂੰ ਬਜ਼ੁਰਗ ਹੋਇਆ, ਬਿਰਧ ਭਇਆ ਉੱਪਰ ਸਾਕ ਸੈਨ। ਜਦੋਂ ਬੁਢੇਪਾ ਆਇਆ ਤਾਂ ਤੇਰੇ ਉੱਪਰ, ਤੇਰੇ ਆਲੇ ਦੁਆਲੇ ਸਾਕ ਤੋਂ ਭਾਵ ਰਿਸ਼ਤੇਦਾਰ, ਸੈਨ, ਮਿੱਤਰ ਆ ਕੇ ਖੜ੍ਹੇ ਹੋਏ। ਮੁਖ ਅਪਿਆਓ ਬੈਠ ਕਉ ਦੈਨ। ਤੈਨੂੰ ਬੈਠੇ ਨੂੰ ਹੀ ਤੇਰੇ ਮੂੰਹ ਦੇ ਵਿੱਚ ਸੋਹਣੀਆਂ ਚੀਜ਼ਾਂ, ਭਾਵ ਜਿਵੇਂ ਕਿ ਦਲੀਆ, ਫਰੂਟ, ਹੋਰ ਕਈ ਚੀਜ਼ਾਂ ਜੋ ਆਸਾਨੀ ਤਰੀਕੇ ਨਾਲ ਤੂੰ ਖਾ ਸਕੇ, ਤੈਨੂੰ ਬੈਠਿਆਂ ਨੂੰ ਲਿਆ ਕੇ ਦਿੱਤੀਆਂ। ਇਹ ਸਭ ਪਰਮਾਤਮਾ ਦੀ ਕਿਰਪਾ ਸਦਕਾ ਹੋਇਆ। ਇਹੋ ਨਿਰਗੁਣ ਗੁਣ ਕਛੂ ਨਾ ਬੁੱਝੈ। ਪਰ ਪਰਮਾਤਮਾ ਦਾ ਇਹ ਇਨਸਾਨ ਇਹ ਕਹਿੰਦਾ ਹੈ ਮੈਨੂੰ ਕੋਈ ਸੁੱਖ ਨਹੀਂ ਮਿਲਿਆ। ਇਹ ਇਹਨਾਂ ਗੁਣਾਂ ਨੂੰ ਸਮਝਦਾ ਹੀ ਨਹੀਂ ਕਦੇ। ਗੁਣ ਕਛੂ ਨਾ ਬੁੱਝੈ ਬਖਸ਼ ਲੇਹੋ ਤਉ ਨਾਨਕ ਸਿਜਹੈ। ਗੁਰੂ ਸਾਹਿਬ ਕਹਿੰਦੇ ਹਨ ਜੇ ਤੁਸੀਂ ਕਿਤੇ ਆਪ ਕਿਰਪਾ ਕਰ ਦਓ ਤਾਂ ਇਹਨਾਂ ਗੱਲਾਂ ਦੀ ਇਸ ਜੀਵ ਨੂੰ ਸੋਝੀ ਆਉਂਦੀ ਹੈ ਅਤੇ ਉਹ ਮਾੜਾ ਮੋਟਾ ਨਾਮ ਜਪਣਾ, ਬਾਣੀ ਪੜ੍ਹਨਾ, ਸ਼ੁਕਰ ਕਰਨਾ ਸਿੱਖਦਾ ਹੈ। ਜਿਹ ਪ੍ਰਸਾਦ ਧਰ ਉੱਪਰ ਸੁਖ ਬਸ ਹੈ। ਜਿਹ ਪੜ੍ਹਨਾ ਜੱਜੇ ਨੂੰ ਸਿਹਾਰੀ। ਆਮ ਸੰਗਤ ਜਹ ਪੜ੍ਹਦੀ ਹੈ। ਜਹ ਦਾ ਭਾਵ ਹੁੰਦਾ ਜਿੱਥੇ, ਜਿਹੇ ਦਾ ਭਾਵ ਹੁੰਦਾ ਜਿਸ ਪਰਮਾਤਮਾ ਨੇ ਕਿਰਪਾ ਕੀਤੀ। ਜਿਹ ਪ੍ਰਸਾਦ, ਜਿਹਦੀ ਕਿਰਪਾ ਸਦਕਾ ਧਰ ਉੱਪਰ ਸੁਖ ਬਸੈ। ਤੂੰ ਧਰਤੀ ਦੇ ਉੱਪਰ ਸੁਖੀ ਵਸਦਾ ਹੈ। ਸੁਤ ਭਰਾਤ ਮੀਤ ਬਨਿਤਾ ਸੰਗ ਹਸੈ। ਸੁੱਤ ਤੋਂ ਭਾਵ ਪੁੱਤਰ,
ਭਰਾਤ ਤੋਂ ਭਾਵ ਭਰਾ, ਮੀਤ ਤੋਂ ਭਾਵ ਮਿੱਤਰ, ਬਨਿਤਾ ਤੋਂ ਭਾਵ ਇਸਤਰੀ ਦੇ ਨਾਲ ਹੱਸਦਾ ਹੈ, ਮਜ਼ਾਕ ਕਰਦਾ ਹੈ। ਜਿਹ ਪ੍ਰਸਾਦ ਪੀਵਹਿ ਸ਼ੀਤਲ ਜਲਾ, ਜਿਹਦੀ ਕਿਰਪਾ ਸਦਕਾ ਤੂੰ ਠੰਡਾ ਜਲ ਪੀਂਦਾ ਹੈ। ਸੁਖਦਾਈ ਪਵਨ ਪਾਵਕ ਅਮੁਲਾ, ਤੈਨੂੰ ਸੁੱਖ ਦੇਣ ਵਾਲੀ ਪਵਨ ਤੋਂ ਭਾਵ ਹਵਾ, ਪਾਵਕ ਤੋਂ ਭਾਵ ਅੱਗ, ਜਿਹੜੀ ਆਪਾਂ ਗੈਸ ਚਲਾ ਕੇ ਰੋਟੀ ਪਕਾਉਂਦੇ ਹਨ। ਅਮੁੱਲਾ ਤੋਂ ਭਾਵ ਅਮੁਲਕ, ਜਿਸ ਦਾ ਆਪਾਂ ਦੇਣਾ ਨਹੀਂ ਦੇ ਸਕਦੇ। ਜਿਹ ਪ੍ਰਸਾਦ ਭੋਗਹਿ ਸਭ ਰਸਾ, ਜਿਸ ਦੀ ਕਿਰਪਾ ਦੇ ਨਾਲ ਤੂੰ ਇਹ ਸਾਰੇ ਪਦਾਰਥਾਂ ਦਾ ਭੋਗਦਾ ਹੈ ਅਤੇ ਰਸ ਪ੍ਰਾਪਤ ਕਰਦਾ ਹੈ। ਸਗਲ ਸਮੱਗਰੀ ਸੰਗ ਸਾਥ ਬਸਾ, ਸਾਰੀਆਂ ਹੀ ਸਮੱਗਰੀਆਂ ਹੁਣ ਅੱਜ ਦੀ ਡੇਟ ਦੇ ਵਿੱਚ ਵੀ ਤੈਨੂੰ ਮਿਲ ਰਹੀਆਂ ਹਨ, ਤੂੰ ਉਹਨਾਂ ਦਾ ਯੂਜ਼ ਕਰ ਸਕਦਾ ਹੈ। ਦੀਨੇ ਹਸਤ ਭਾਵ ਕਰਨ ਨੇਤਰ ਰਸਨਾ, ਜਿਸ ਪਰਮਾਤਮਾ ਨੇ ਤੈਨੂੰ ਹੱਥ ਦਿੱਤੇ, ਪੈਰ ਦਿੱਤੇ, ਕੰਨ ਦਿੱਤੇ, ਨੇਤਰ ਤੋਂ ਭਾਵ ਅੱਖਾਂ ਦਿੱਤੀਆਂ, ਰਸਨਾ ਤੋਂ ਭਾਵ ਜੀਭ ਦਿੱਤੀ, ਤੇ ਸਹਿ ਤਿਆਗ ਅਵਰ ਸੰਗ ਰਚਨਾ। ਤੂੰ ਇਹ ਸਭ ਲੈਣ ਦੇ ਬਾਵਜੂਦ ਵੀ ਇਹਨਾਂ ਨੂੰ ਭੁੱਲ ਕੇ ਇਹਨਾਂ ਦਾ ਸ਼ੁਕਰ, ਇਹਨਾਂ ਚੀਜ਼ਾਂ ਦਾ ਸ਼ੁਕਰ ਪਰਮਾਤਮਾ ਨੂੰ ਨਹੀਂ ਕੀਤਾ, ਹੋਰ ਪਾਸੇ ਦੁਨੀਆ ਦੇ ਵਿੱਚ, ਮਾਇਆ ਦੇ ਵਿੱਚ ਉਲਝ ਗਿਆ। ਐਸੇ ਦੋਖ ਮੂੜ ਅੰਧ ਵਿਆਪੇ, ਗੁਰੂ ਸਾਹਿਬ ਕਹਿੰਦੇ ਹਨ ਵੀ ਤੂੰ ਮੰਦ ਕਰਮਾਂ ਦੇ ਵਿੱਚ ਹੇ ਮੂਰਖ ਜੀਵ ਅੰਨਾ ਹੋ ਕੇ ਫਸ ਗਿਆ। ਨਾਨਕ ਕਾਢ ਲੈ ਹੋ ਪ੍ਰਭ ਆਪੇ, ਗੁਰੂ ਸਾਹਿਬ ਅੱਗੇ ਅਰਜ਼ੋਈ ਕਰੀਏ ਵੀ ਤੁਸੀਂ ਆਪ ਆਪਣਾ ਹੱਥ ਦੇ ਕੇ ਸਾਨੂੰ ਮਾਇਆ ਤੋਂ ਬਚਾ ਲਵੋ। ਆਦ ਅੰਤ ਜੋ ਰਾਖਣਹਾਰ, ਆਦ ਤੋਂ ਭਾਵ ਹੁੰਦਾ ਜਨਮ ਸਮੇਂ ਤੋਂ, ਅੰਤ ਤੋਂ ਭਾਵ ਅਖੀਰ ਤੱਕ, ਮਰਨ ਸਮੇਂ ਤੱਕ, ਜਿਹੜਾ ਪਰਮਾਤਮਾ ਤੈਨੂੰ ਬਚਾਉਣ ਵਾਲਾ ਹੈ, ਰੱਖਣ ਵਾਲਾ ਹੈ। ਤੇ ਇਸ ਸਿਉ ਪ੍ਰੀਤ ਨਾ ਕਰੈ ਗਵਾਰ, ਪ੍ਰੀਤ ਤੋਂ ਭਾਵ ਪਿਆਰ, ਤੂੰ ਕਦੇ ਉਸ ਨਾਲ ਪਿਆਰ ਪਾਇਆ ਹੀ ਨਹੀਂ। ਤੂੰ ਗਵਾਰ ਤੋਂ ਭਾਵ ਮੂਰਖ ਮਨੁੱਖ, ਜਿਨ੍ਹਾਂ ਨੇ ਸਾਰਾ ਪਰਿਵਾਰ ਸਾਡੇ ਲਈ ਵਾਰਤਾ, ਅਸੀਂ ਕਦੇ ਉਹਨਾਂ ਦੇ ਬਚਨਾਂ ਦਾ ਪਾਲਣ ਕੀਤਾ ਹੀ ਨਹੀਂ। ਜਾਂ ਕੀ ਸੇਵਾ ਨਾ ਵੰਡਿਧ ਪਾਵੈ, ਜਿਸ ਦੀ ਸੇਵਾ ਕਰਕੇ ਤੂੰ 9 ਨਿਧੀਆਂ ਤੋਂ ਭਾਵ ਸਾਰੇ ਹੀ ਖਜ਼ਾਨੇ ਪ੍ਰਾਪਤ ਕਰ ਸਕਦਾ ਹੈ। ਤਾਂ ਸਿਉ ਮੂੜਾ ਮਨ ਨਹੀਂ ਲਾਵੈ, ਮੂਰਖ ਮਨੁੱਖ ਕਦੇ ਉਸ ਦੇ ਨਾਲ ਮਨ ਲਗਾਉਂਦਾ ਹੀ ਨਹੀਂ, ਹੋਰ ਦੁਨਿਆਵੀ ਕੰਮ ਦੇ ਵਿੱਚ ਉਲਝਿਆ ਰਹਿੰਦਾ। ਜੋ ਠਾਕੁਰ ਸਦ ਸਦਾ ਹਜੂਰੇ, ਠਾਕੁਰ ਤੋਂ ਭਾਵ ਪਰਮਾਤਮਾ, ਜਿਹੜਾ ਹਮੇਸ਼ਾ ਤੇਰੇ ਹਜੂਰ ਤੋਂ ਭਾਵ ਅੰਗ ਸੰਗ ਹੈ। ਤਾਂ ਕਹੋ ਅੰਧਾ ਜਾਨਤ ਦੂਰੇ, ਉਸ ਨੂੰ ਹਮੇਸ਼ਾ ਹੀ ਦੂਰ ਸਮਝ ਕੇ ਵਿਸਾਰ ਦਿੰਦਾ ਹੈ। ਜਾਂ ਕੀ ਟਹਿਲ ਪਾਵੈ ਦਰਗ ਹੈ ਮਾਨ, ਜਿਸ ਦਾ ਸੇਵਾ ਅਤੇ ਸਿਮਰਨ ਕੀਤਿਆਂ ਦਰਗਾਹਾਂ ਦੇ ਵਿੱਚ ਆਦਰ ਮਿਲਦਾ ਹੈ। ਤੇ ਸਹਿ ਵਿਸਾਰੈ ਮੁਗਧ ਅਜਾਨ, ਉਸ ਨੂੰ ਵਿਸਾਰ ਕੇ ਬੈਠਾ ਹੈ ਮੂਰਖ ਅਤੇ ਅਣਜਾਣ ਮਨੁੱਖ। ਸਦਾ ਸਦਾ ਇਹੋ ਭੁੱਲਣਹਾਰ, ਗੁਰੂ ਸਾਹਿਬ ਕਹਿੰਦੇ ਨੇ ਹਮੇਸ਼ਾ ਹੀ ਭੁੱਲਣਹਾਰ ਜੀਵ ਹੈ। ਨਾਨਕ ਰਾਖਣਹਾਰ ਅਪਾਰ, ਸਾਡੇ ਔਗਣ ਨੂੰ ਚਿਤਾਰ ਕੇ ਸਾਨੂੰ ਦੱਸ ਵੀ ਦਿੰਦੇ ਹਨ ਵੀ ਅਸੀਂ ਕੀ ਗਲਤੀਆਂ ਕੀਤੀਆਂ ਹਨ, ਪਰ ਆਪ ਇੰਨੇ ਦਇਆਲੂ ਕਿਰਪਾਲੂ ਹਨ, ਅੰਤ ਵਿੱਚ ਆ ਕੇ ਇਹ ਵੀ ਕਹਿ ਦਿੰਦੇ ਹਨ ਵੀ ਤੁਸੀਂ ਹੀ ਰੱਖਣ ਵਾਲੇ ਹੋ। ਇਹ ਅਪਾਰ ਬੇਅੰਤ ਪਰਮਾਤਮਾ ਜੀ, ਇਹਨਾਂ ਨੂੰ ਸੋਝੀ ਬਖਸ਼ ਕੇ ਆਪ ਬਚਾ ਲਵੋ। ਰਤਨ ਤਿਆਗ ਕੌਡੀ ਸੰਗ ਰਚੈ, ਗੁਰੂ ਸਾਹਿਬ ਕਹਿੰਦੇ ਹਨ ਕੀਮਤੀ ਰਤਨ ਪਰਮਾਤਮਾ ਅਤੇ ਉਸ ਦਾ ਨਾਮ, ਉਸ ਨੂੰ ਤਿਆਗ ਕੇ, ਕੌਡੀ ਤੋਂ ਭਾਵ ਜਿਸ ਦੀ ਕੋਈ ਵੈਲਿਊ ਨਹੀਂ, ਇਹ ਮਾਇਆ ਰੂਪ ਕੌਡੀ ਦੇ ਵਿੱਚ ਉਲਝਿਆ ਰਹਿੰਦਾ ਹੈ, ਖੁਸ਼ ਹੁੰਦਾ ਹੈ।
साच छोड़ झूठ संग मचै। सच रूप नाम नूं छड्ड के झूठ दे विच मस्त रहिंदा। मचै तो भाव आकड़दा भी मेरे कोल बहुत माया, पर यह नहीं पता भी सब कुछ इत्थे ही छड्ड जाना। जो छड्डना सो अस्थिर कर मन, जिहड़ी चीज़ नूं इत्थे छड्ड के चले जाना उस नूं सदा रहन वाली समझदा है, अस्थिर सदा कायम रहन वाली। जो होवन सो दूर पराना, जिहड़ी चीज़ ने होना है भाव मौत ने एक दिन आना ही आना, उसनूं दूर समझदा है भी हले वो मेरे कोल भी मैं तो कदे मरना नहीं। छोड़ जाए तिसका श्रम करे, श्रम शरम हिंदी दे विच शरम कहंदे आपां मेहनत। जिहड़ी चीज़ ने छड्ड के चले जाना इसलिए दिन रात भजदा है, मेहनत करता है। पर संग सहाई तिस पर हरै, जिसने सहायता करनी है साथ निभाउणा है उस नूं छड्ड दिंदा है, उस वल ध्यान ही नहीं करता। चंदन लेप उतारै धोए, गर धब प्रीत भसम संग होए। गुरु साहब कहंदे ने जिहड़ा गधा हुंदा ना उसदी जिहड़ी प्रीति है वो हमेशा मिट्टी दे नाल भसम तो भाव खेह नाल ही हुंदी है। भावें उहदे उपर चंदन दा लेप कर दो, उहनूं चंदन दे नाल धो लवो, पर उसने जाके मिट्टी दे विच ही लिटना है। ऐसी ही बिरती इंसान दी है। इहनूं भावें किन्ना ही कथा कीर्तन बह के समझा दवो, पर इसने फिर माया दे विच जाके मस्त होना है। ते असी अंधकूप मह पतत बिकराल, ते असी इहो जे हनेरे घुप हनेरे खूह दे विच डिगे होए हां। बिकराल तो भाव डरावने खूह दे विच, माया रूपी खूह दे विच असी डिगे होए हां। तुसीं आप किरपा करो नानक काढ़ लेहो प्रभ दयाल। हे मेरे वाहिगुरू जी, तुहाडे अगे बेनती है आप दया करो ते सानू ऐसे माया दे हनेरे खूह दे विचों कढ़ के अपने नाम नाल जोड़ लवो जी। करतूत पशु की मानस जात। गुरु अर्जन देव साहब किरपा करके दसदे हन भी मनुखा दी जिहड़ी जात है अखवांदा ते बंदा है मानस, पर जिहड़ियां करतूतां हन वो पशु वालियां हन। क्योंकि ये की करदा है लोक पचारा करे दिन रात। लोक पचारा तो भाव लोकां नूं अपने वल खिच्चदा है, अपनी वडियाई भालदा है कि मैं जो हाँ बहुत वधिया हाँ। दिन रात इसे काम दे विच लग्या रहिंदा है। बाहर भेख अंतर मल माया, बाहरों दा दिखावा करदा है भी मैनू बहुत ज्ञान है, मैं ध्यानी भी हाँ, मैं इशनानी भी हाँ। ते अंदर जिहड़ी हैगी है माया दी मैल है। मल तो भाव मैल या गंदगी। छपस ना है कछ करे छपाया। गुरु साहब दसदे हैं बट जिहड़ी अंदरली मैल है वो भावें बाहरों जो मर्जी करी जावे ये छुप नहीं सकती। छपस ना है कछ करे छपाया। बाहर ज्ञान ध्यान इशनान, बाहरों तो सोहना ज्ञान लोगों को वंडदा है, ध्यान कर करके ध्यान लगा लगा के दिखाउंदा है, तीर्थां दा इशनान करके भी वडियाई भालदा है। बट मनुख के अंदर की है अंतर व्यापै लोभ सुआन। ਉਹਦੇ अंदर ਜਿਹੜਾ ਹੈਗਾ ਤ੍ਰਿਸ਼ਨਾ रूपी लोभ रूपी कुत्ता, सुआन नूं कहंदे कुत्ता,
है ਵੀ ਕਿਸੇ ਨਾ ਕਿਸੇ ਚੀਜ਼ ਦੀ ਡਿਮਾਂਡ ਮਨ ਦੇ ਵਿੱਚ ਜ਼ਰੂਰ ਹੁੰਦੀ ਹੈ। ਅੰਤਰ ਅਗਨ ਬਾਹਰ ਤਨ ਸੁਆਹਾ। ਅੰਦਰ ਤਾਂ ਅਗਨੀ ਚੱਲ ਰਹੀ ਹੈ ਤੇ ਬਾਹਰੋਂ ਤਨ ਤੇ ਸੁਆਹ ਮਲ ਕੇ ਦਿਖਾਉਂਦਾ ਹੈ। ਗਲ ਪਾਥਰ ਕੈਸੇ ਤਰੈ ਅਥਾਹ। ਗੁਰੂ ਸਾਹਿਬ ਕਹਿੰਦੇ ਹਨ ਗਲ ਦੇ ਵਿੱਚ ਭਾਰੀ ਬੋਝ ਟੰਗਿਆ ਹੋਇਆ। ਕਿਸ ਚੀਜ਼ ਦਾ? ਗੱਲ ਤੋਂ ਭਾਵ ਮਨ ਦੇ ਵਿੱਚ ਉਹ ਕਿਸ ਚੀਜ਼ ਦਾ ਬੋਝ ਹੈ? ਮਾਇਆ, ਦਿਖਲਾਵਾ, ਲੋਭ ਅਤੇ ਤ੍ਰਿਸ਼ਨਾ ਰੂਪੀ ਪੱਥਰ ਟੰਗੇ ਹੋਏ ਹਨ। ਅਤੇ ਇਹ ਜਿਹੜਾ ਅਥਾਹ ਸਮੁੰਦਰ ਹੈ ਇਹ ਕਿਵੇਂ ਪਾਰ ਉਤਰ ਸਕਦਾ ਹੈ? ਗੁਰੂ ਸਾਹਿਬ ਦੱਸਦੇ ਹਨ ਜਾ ਕੇ ਅੰਤਰ ਬਸੈ ਪ੍ਰਭ ਆਪ। ਜਿਨ੍ਹਾਂ 'ਤੇ ਕਿਰਪਾ ਕਰਕੇ ਪਰਮਾਤਮਾ ਆਪ ਹਿਰਦੇ ਦੇ ਵਿੱਚ ਆ ਵਸਦਾ ਹੈ। ਨਾਨਕ ਤੇ ਜਨ ਸਹਿਜ ਸਮਾਤ। ਉਹੀ ਭਗਤ, ਉਹੀ ਗੁਰਸਿੱਖ ਪਿਆਰੇ ਸਹਿਜੇ ਹੀ ਉਸ ਪਰਮਾਤਮਾ ਦੇ ਵਿੱਚ ਸਮਾ ਜਾਂਦੇ ਹਨ ਜਿਨ੍ਹਾਂ 'ਤੇ ਉਹ ਆਪ ਕਿਰਪਾ ਕਰਦਾ ਹੈ। ਸੁਣ ਅੰਧਾ ਕੈਸੇ ਮਾਰਗ ਪਾਵੈ। ਗੁਰੂ ਸਾਹਿਬ ਦੱਸਦੇ ਹਨ ਜਿਹੜਾ ਅੰਨਾ ਹੈ ਉਹਨੂੰ ਜੇ ਆਪਾਂ ਰਸਤਾ ਸਮਝਾ ਦਈਏ ਤਾਂ ਸੁਣ ਕੇ ਤਾਂ ਉਹ ਰਸਤੇ 'ਤੇ ਨਹੀਂ ਨਾ ਜਾ ਸਕਦਾ। ਵੀ ਉਹ ਬਿਲਕੁਲ ਅਸੀਂ ਕਹੀਏ ਵੀ ਠੀਕ ਚਲਾ ਜਾਏਗਾ, ਨਹੀਂ ਜਾ ਸਕਦਾ। ਉਹ ਕਿਵੇਂ ਪਹੁੰਚੇਗਾ ਠੀਕ? ਕਰ ਗਹਿ ਲੇਹੋ ਓੜ ਨਿਭਾਵੈ। ਕਰ ਹੁੰਦਾ ਹੱਥ, ਗਹਿ ਲੇਹੋ ਹੱਥ ਪਕੜ ਲਵੋ। ਜੇ ਤੁਸੀਂ ਉਸ ਦਾ ਹੱਥ ਫੜ ਲਵੋ ਅਤੇ ਤੁਸੀਂ ਓੜ ਤੋਂ ਭਾਵ ਅਖੀਰ ਤੱਕ ਉਸ ਨੂੰ ਪਹੁੰਚਾ ਸਕਦੇ ਹੋ। ਕਹਾਂ ਬੁਝਾਰਤ ਬੁਝੈ ਡੋਰਾ। ਜੇ ਕੋਈ ਮਨੁੱਖ ਡੋਰਾ ਤੋਂ ਭਾਵ ਬੋਲਾ ਹੈ ਜਿਸ ਨੂੰ ਸੁਣ ਨਹੀਂ ਸਕਦਾ, ਜੇ ਉਸ ਨੂੰ ਆਪਾਂ ਕੋਈ ਬੁਝਾਰਤ ਪਾਈਏ ਤਾਂ ਉਹ ਕਿਵੇਂ ਉਸ ਦਾ ਆਨਸਰ ਦੇ ਸਕਦਾ ਹੈ? ਕਿਉਂਕਿ ਉਹਨੂੰ ਤਾਂ ਸੁਣ ਹੀ ਨਹੀਂ ਸਕਦਾ, ਉਹਨੂੰ ਤਾਂ ਕਿਸੇ ਗੱਲ ਦਾ ਪਤਾ ਹੀ ਨਹੀਂ। ਜੇ ਉਹਨੂੰ ਆਪਾਂ ਕਹੀਏ ਨਿਸ ਕਹੀਐ ਤਾਂ ਉਹ ਸਮਝੈ ਭੋਰਾ। ਜੇ ਉਹਨੂੰ ਆਪਾਂ ਕਹੀਏ ਰਾਤ ਹੈ ਬਈ, ਉਹ ਕਹੇਗਾ ਹਾਂ ਦਿਨ ਹੈ। ਨਿਸ ਕਹਿੰਦੇ ਨੇ ਰਾਤ ਨੂੰ, ਭੋਰਾ ਕਹਿੰਦੇ ਨੇ ਦਿਨ ਨੂੰ। ਜੇ ਉਹਨੂੰ ਆਪਾਂ ਸਹਿਜ ਸੁਭਾਅ ਕਹਿ ਕੇ ਦੇਖੀਏ ਵੀ ਹੁਣ ਰਾਤ ਹੋ ਗਈ, ਉਹ ਕਹੇਗਾ ਹਾਂਜੀ ਦਿਨ ਹੈ। ਮਤਲਬ ਹਰੇਕ ਗੱਲ ਨੂੰ ਉਹ ਉਲਟ ਹੀ ਸਮਝਦਾ ਹੈ। ਕਹਾਂ ਬਿਸ਼ਨ ਪਦ ਗਾਵੈ ਗੁੰਗ। ਬਿਸ਼ਨ ਪਦ ਤੋਂ ਭਾਵ ਰਾਗ ਲਾਪਣਾ ਜਾਂ ਕੋਈ ਚੀਜ਼ ਗਾ ਕੇ ਸੁਣਾਉਣੀ। ਗੁਰੂ ਸਾਹਿਬ ਕਹਿੰਦੇ ਹਨ ਜਿਹੜਾ ਬੰਦਾ ਗੂੰਗਾ ਹੈ, ਜਿਹੜਾ ਬੋਲ ਨਹੀਂ ਸਕਦਾ, ਉਹ ਕਿਵੇਂ ਕੋਈ ਰਾਗ ਲਾਪ ਸਕਦਾ? ਜਦੋਂ ਉਹ ਕੋਸ਼ਿਸ਼ ਕਰੇਗਾ, ਯਤਨ ਕਰੈ ਤਉ ਭੀ ਸੁਰ ਭੰਗ। ਜੇ ਉਹ ਰਾਗ ਲਾਪਣ ਦੀ ਕੋਸ਼ਿਸ਼ ਵੀ ਕਰਦਾ ਹੈ ਤਾਂ ਉਹਦਾ ਸੁਰ ਹੈ ਜਿਹੜਾ ਟੁੱਟ ਜਾਂਦਾ ਹੈ। ਭੰਗ ਤੋਂ ਬਾਅਦ ਟੁੱਟ ਜਾਣਾ। ਕਹਿ ਪਿੰਗਲ ਪਰਬਤ ਪਰ ਭਵਨ। ਪਿੰਗਲ ਤੋਂ ਭਾਵ ਹੈਂਡੀਕੈਪ, ਜਿਹਦੇ ਹੱਥ ਪੈਰ ਨਹੀਂ ਚੱਲਦੇ ਜਾਂ ਨਹੀਂ ਹੈਗੇ, ਉਹ ਕਿਵੇਂ ਪਰਬਤਾਂ 'ਚ ਜਾ ਸਕਦਾ ਹੈ? ਪਰ ਭਵਨ ਤੋਂ ਭਾਵ ਘੁੰਮਣਾ ਫਿਰਨਾ। ਉਹ ਤਾਂ ਇੰਨੀ ਉੱਚੀ ਜਾ ਹੀ ਨਹੀਂ ਸਕਦਾ। ਨਹੀਂ ਹੋਤ ਊਹਾਂ ਉਸ ਗਵਨ। ਉਸ ਦਾ ਪਰਬਤਾਂ 'ਤੇ ਪਹੁੰਚਣਾ ਬਹੁਤ ਔਖਾ ਹੈ। ਨਹੀਂ ਹੋਤ ਊਹਾਂ ਉਸ ਗਵਨ। ਹੁਣ ਜੇ ਆਪਾਂ ਇਸ 8 ਤੁਕਾਂ ਨੂੰ ਗੁਰਬਾਣੀ ਦੇ ਅਕੋਰਡਿੰਗ ਲੈ ਲਈਏ, ਆਪਣੇ ਮਨ ਦੀ ਭਾਵਨਾ ਹੈ। ਸੁਣ ਅੰਧਾ ਕੈਸੇ ਮਾਰਗ ਪਾਵੈ। ਹੈ ਗੁਰੂ ਸਾਹਿਬ, ਅਸੀਂ ਮਾਇਆ ਦੇ ਵਿੱਚ ਅੰਨੇ ਹੋਏ ਜੀਵ ਹਾਂ। ਅਸੀਂ ਕੇਵਲ ਅਤੇ ਕੇਵਲ ਗੁਰਬਾਣੀ ਨੂੰ ਸੁਣ ਕੇ ਕਿਵੇਂ ਰਸਤੇ 'ਤੇ ਪਹੁੰਚੀਏ? ਤੁਸੀਂ ਕਿਰਪਾ ਕਰੋ। ਕਰ ਗਹਿ ਲੇਹੋ ਓੜ ਨਿਭਾਵੈ। ਤੁਸੀਂ ਸਾਡਾ ਪੱਲਾ ਪਕੜੋ, ਸਾਡਾ ਹੱਥ ਪਕੜ ਕੇ ਸਾਡਾ ਮਾਰਗ ਦਰਸ਼ਨ ਕਰੋ ਅਤੇ ਸਾਨੂੰ ਜਿਵੇਂ ਤੁਸੀਂ ਚਾਹੁੰਦੇ ਹੋ ਉੱਥੇ ਤੱਕ ਆਪ ਲੈ ਕੇ ਚੱਲੋ। ਕਹਾਂ ਬੁਝਾਰਤ ਬੁਝੈ ਡੋਰਾ। ਇਹ ਜਿਹੜੀਆਂ ਤੁਹਾਡੀਆਂ ਬੁਝਾਰਤਾਂ ਨੇ ਨਾਮ ਜਪਣ ਬਾਰੇ,
ਇਹ ਸਾਨੂੰ ਸਮਝ ਦੇ ਵਿੱਚ ਨਹੀਂ ਲੱਗਦੀਆਂ, ਕਿਉਂਕਿ ਸਾਡੀ ਜਿਹੜੀ ਮੱਤ ਹੈ ਉਹ ਥੋੜ੍ਹੀ ਹੈ। ਸਾਡੀ ਮੱਤ ਮਾਇਆ ਵਾਲੀ ਹੈ। ਅਸੀਂ ਹਮੇਸ਼ਾ ਮਾਇਆ ਵੱਲ ਭੱਜਦੇ ਹਾਂ। ਨਿਸ ਕਹੀਐ ਤਉ ਸਮਝੈ ਭੋਰਾ। ਜੇ ਕੋਈ ਗੱਲ ਤੁਸੀਂ ਗੁਰਬਾਣੀ ਦੇ ਅਨੁਸਾਰ ਸਾਨੂੰ ਸਮਝਾਉਂਦੇ ਹੋ ਵੀ ਇਹ ਕੰਮ ਕਰਿਆ ਕਰੇ, ਠੀਕ ਹੈ, ਪਰ ਸਾਡਾ ਮਨ ਕਹਿੰਦਾ ਨਹੀਂ, ਛੱਡੋ, ਛੱਡੋ ਸੇਵਾ ਨੂੰ, ਛੱਡੋ ਅੰਮ੍ਰਿਤ ਵੇਲੇ ਨੂੰ, ਛੱਡੋ ਸਿਮਰਨ ਨੂੰ। ਅਸੀਂ ਹਮੇਸ਼ਾ ਮਾਇਆ ਵੱਲ ਭੱਜਦੇ ਹਾਂ। ਕਹਾਂ ਬਿਸਨ ਪਦ ਗਾਵੈ ਗੁੰਗ। ਜਿਹੜਾ ਸਾਡੇ ਵਰਗਾ ਇਨਸਾਨ ਹੈ ਉਹ ਪਰਮਾਤਮਾ ਦਾ ਗੁਣ ਗਾ ਹੀ ਨਹੀਂ ਸਕਦਾ। ਉਹਦੇ ਹੱਥ ਪੈਰ ਕੰਬਣ ਲੱਗ ਜਾਂਦੇ ਆ ਜਦੋਂ ਉਹਨੂੰ ਕਹੀਏ ਵੀ ਆਓ ਸਿਮਰਨ ਦੇ ਵਿੱਚ ਬੈਠੀਏ, ਭਜਨ ਬੰਦਗੀ ਕਰੀਏ, ਕੀਰਤਨ ਸੁਣੀਏ, ਰਹਿਣ ਸਬਾਈ ਦੇ ਵਿੱਚ ਚੱਲੀਏ। ਉਹਦਾ ਦਿਮਾਗ ਕਹਿੰਦਾ ਲੈ 5 ਘੰਟੇ 6 ਘੰਟੇ ਕਿਵੇਂ, ਸਾਡੇ ਤੋਂ ਤਾਂ ਨਹੀਂ ਬੈਠ ਹੋਣਾ। ਯਤਨ ਕਰੈ ਤਉ ਭੀ ਸੁਰ ਭੰਗ। ਜੇ ਕਿਤੇ ਉਹ ਸਿਮਰਨ ਦੇ ਵਿੱਚ ਬੈਠ ਵੀ ਜਾਵੇ ਤਾਂ ਵੀ 10 ਮਿੰਟ 15 ਮਿੰਟ ਦੇ ਵਿੱਚ ਉਹਦਾ ਮਨ ਕਾਲਾ ਪੈ ਜਾਂਦਾ। ਕਹਿ ਪਿੰਗਲ ਪਰਬਤ ਪਰ ਭਵਨ। ਮਾਇਆ ਰੂਪੀ ਜੀਵ ਹੈਂਡੀਕੈਪ ਹੋ ਜਾਂਦਾ। ਜੇ ਉਹਨੂੰ ਆਪਾਂ ਕਹਿ ਦਈਏ ਚਲੋ ਗੁਰੂ ਘਰ ਜਾ ਕੇ ਸੇਵਾ ਕਰਕੇ ਆਈਏ ਜਾਂ ਕਥਾ ਕੀਰਤਨ ਸੁਣ ਕੇ ਆਈਏ, ਉਹ ਕਹਿੰਦਾ ਇੰਨੀ ਦੂਰ ਤੁਰ ਕੇ ਜਾਣਾ ਪੈਣਾ, ਇਹ ਕੰਮ ਨਹੀਂ ਹੋ ਸਕਦਾ। ਇਹੀ ਜੇ ਆਪਾਂ ਦੂਜੇ ਪਾਸੇ ਕਹਿ ਦਈਏ ਉਹਨੂੰ ਵੀ ਡਰਿੰਕ ਕਰਨ ਵਾਲੇ ਪਾਸੇ ਜਾਂ ਫਿਲਮ ਦੇਖਣ ਵਾਲੇ ਪਾਸੇ, ਉੱਥੇ 3-3 ਘੰਟੇ ਪਤਾ ਹੀ ਨਹੀਂ ਲੱਗਦੇ ਕਿੱਥੇ ਗਏ। ਪਰ ਗੁਰੂ ਸਾਹਿਬ ਕਹਿੰਦੇ ਨੇ ਨਹੀਂ ਹੋਤ ਉਹਾਂ ਉਸ ਗਵਨ। ਉਹਦੇ ਹੱਥ ਪੈਰ ਕੰਬਣ ਲੱਗ ਜਾਂਦੇ ਹਨ ਜੇ ਗੁਰੂ ਘਰ ਵੱਲ ਜਾਣਾ ਹੋਵੇ। ਫਿਰ ਇਹਨਾਂ ਚੀਜ਼ਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ, ਕਿਵੇਂ ਪਰਮਾਤਮਾ ਵੱਲ ਚਿੱਤ ਜੋੜਿਆ ਜਾ ਸਕਦਾ ਹੈ, ਉਸ ਪਰਮਾਤਮਾ ਅੱਗੇ ਬੇਨਤੀ ਕਰਨੀ ਪੈਣੀ ਹੈ। ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ। ਦੀਨ ਤੋਂ ਭਾਵ ਗਰੀਬ, ਨਿਮਾਣਾ ਹੋ ਕੇ ਅਰਦਾਸ ਕਰੋ, ਹੇ ਕਰਤਾਰ ਸ੍ਰਿਸ਼ਟੀ ਦੇ ਰਚਨਹਾਰ, ਤੁਸੀਂ ਤਰਸ ਕਰੋ, ਤੁਸੀਂ ਤਰਸ ਕਰਨ ਵਾਲੇ ਹੋ। ਗਰੀਬ ਦਾਸ ਬੇਨਤੀ ਕਰਦਾ ਹੈ, ਨਾਨਕ ਤੁਮਰੀ ਕਿਰਪਾ ਤਰੈ। ਜੇ ਕਿਤੇ ਤੁਸੀਂ ਕਿਰਪਾ ਕਰ ਦਿਓ ਤਾਂ ਜਿਹੜਾ ਅੰਨਾ ਜੀਵ ਹੈ, ਜਿਹੜਾ ਸੁਣ ਨਹੀਂ ਸਕਦਾ, ਜਿਹੜਾ ਬੋਲ ਨਹੀਂ ਸਕਦਾ, ਜਿਹੜਾ ਤੁਹਾਡੇ ਦਰ 'ਤੇ ਆ ਨਹੀਂ ਸਕਦਾ, ਉਹ ਤੁਹਾਡੀ ਕਿਰਪਾ ਸਦਕਾ ਤਰ ਜਾਵੇਗਾ। ਸੰਗ ਸਹਾਈ ਸੋ ਆਵੈ ਨਾ ਚੀਤ। ਜੋ ਪ੍ਰਭੂ ਇਸ ਮੂਰਖ ਮਨਮੁਖ ਦਾ ਸੰਗੀ ਸਾਥੀ ਹੈ, ਉਹਨੂੰ ਚੇਤੇ ਨਹੀਂ ਕਰਦਾ, ਉਹਦਾ ਨਾਮ ਨਹੀਂ ਜਪਦਾ। ਇਹਦੇ ਉਲਟ ਚੱਲਦਾ, ਜੋ ਬਹਿਰਾਈ ਤਾਂ ਸਿਉ ਪ੍ਰੀਤ। ਕਾਮ ਕ੍ਰੋਧ ਲੋਭ ਮੋਹ ਅਹੰਕਾਰ ਜਿਹੜੇ ਵੈਰੀ ਨੇ, ਮਾਇਆ ਦੇ ਵਿੱਚ ਫਸਾਉਣ ਵਾਲੇ ਨੇ, ਉਹਨਾਂ ਨਾਲ ਪਿਆਰ ਬਣਾ ਕੇ ਬੈਠਾ ਹੈ। ਬਲੂਆ ਕੇ ਗ੍ਰਹਿ ਭੀਤਰ ਬਸੈ। ਬਲੂਆ ਹੁੰਦੀ ਹੈ ਰੇਤ, ਮਿੱਟੀ, ਇਹਦੇ ਗ੍ਰਹਿ ਦੇ ਵਿੱਚ ਇਹ ਰਹਿੰਦਾ ਹੈ, ਵਸਦਾ ਹੈ। ਬਲੂਆ ਰੇਤ, ਜਦੋਂ ਸਰੀਰ ਦਾ ਸੰਸਕਾਰ ਹੁੰਦਾ ਉਦੋਂ ਕੀ ਬਚਦਾ, ਮਿੱਟੀ ਬਚਦੀ ਹੈ। ਆਨੰਦ ਕੇਲ ਮਾਇਆ ਰੰਗ ਰਸੈ। ਅਨੇਕਾਂ ਪ੍ਰਕਾਰ ਦੇ ਮਾਇਆ ਦੇ ਨਾਲ ਰੰਗ ਤਮਾਸ਼ੇ ਕਰਦਾ ਹੈ। ਕੇਲ ਤੋਂ ਭਾਵ ਤਮਾਸ਼ੇ, ਉਹਨਾਂ ਦਾ ਰਸ ਮਾਣਦਾ। ਦ੍ਰਿੜ ਕਰ ਮਨ ਹੈ ਪ੍ਰਤੀਤ। ਇਹ ਗੱਲ ਤਾਂ ਪੱਕੀ ਮਨ ਦੇ ਵਿੱਚ ਬਣਾ ਕੇ ਬੈਠਾ ਹੈ ਕਿ ਕਾਲ ਨਾ ਆਵੈ ਮੂੜੇ ਚੀਤ। ਵੀ ਮੈਂ ਅਮਰ ਹਾਂ, ਕਾਲ ਤੋਂ ਭਾਵ ਮੌਤ, ਮੈਨੂੰ ਮੌਤ ਨੇ ਨਹੀਂ ਆਉਣਾ। ਇਹ ਮਨ ਚੀਤ ਦੇ ਵਿੱਚ, ਚਿੱਤ ਦੇ ਵਿੱਚ ਸੋਚ ਕੇ ਬੈਠਾ। ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋਹ। ਬੈਰ ਤੋਂ ਭਾਵ ਵੈਰੀ, ਵਿਰੋਧ ਕਿਸੇ ਦੇ ਨਾਲ ਠੱਗੀ ਠੋਰੀ, ਕਾਮ ਕ੍ਰੋਧ ਮੋਹ ਅਟੈਚਮੈਂਟ, ਝੂਠ ਵਿਕਾਰ ਮਹਾਲੋਭ। ਲੋਭ ਕਹਿੰਦੇ ਨੇ ਲਾਲਚ ਨੂੰ, ਧਰੋਹ ਕਹਿੰਦੇ ਨੇ ਠੱਗੀ ਨੂੰ। ਗੁਰੂ ਸਾਹਿਬ ਕਹਿੰਦੇ ਨੇ ਇਹ ਆਹੂੰ ਜੁਗਤ ਬਿਹਾਨੇ ਕਈ ਜਨਮ।
ਆ ਇਸ ਜਨਮ ਦੀ ਨਹੀਂ ਗੱਲ ਕਰਦੇ, ਕਈ ਜਨਮ ਹੋ ਗਏ ਸਾਨੂੰ ਇਹ ਮਾਇਆ ਦੇ ਨਾਲ ਪਿਆਰ ਪਾਈ ਬੈਠੇ ਹਾਂ। ਕਦੋਂ ਬਚਾਂਗੇ, ਕਿਵੇਂ ਬਚਾਂਗੇ? ਨਾਨਕ ਰਾਖ ਲੇਹੋ ਆਪਨ ਕਰ ਕਰਮ। ਗੁਰੂ ਅਰਜਨ ਦੇਵ ਸਾਹਿਬ ਦੀ ਕਿਰਪਾ ਸਦਕਾ ਉਹ ਸਾਨੂੰ ਅਰਦਾਸ ਵੀ ਨਾਲ ਦੀ ਨਾਲ ਕਰਾ ਦਿੰਦੇ ਹਨ, ਸਾਡੇ ਮੰਦੇ ਕਰਮ ਵੀ ਗਿਣਾ ਦਿੰਦੇ ਹਨ, ਪ੍ਰਭੂ ਦਾ ਨਾਮ ਵੀ ਜਪਾ ਲੈਂਦੇ ਹਨ, ਫਿਰ ਅਖੀਰਲੀਆਂ ਪੰਕਤੀਆਂ ਦੇ ਵਿੱਚ ਅਰਦਾਸ ਵੀ ਕਰਾ ਲੈਂਦੇ ਹਨ। ਇਹੀ ਸੁਖਮਨੀ ਸਾਹਿਬ ਦੀ ਵਡਿਆਈ ਹੈ। ਕਹਿੰਦੇ ਹਨ ਕਿਰਪਾ ਕਰੋ ਵਾਹਿਗੁਰੂ ਜੀ, ਤੁਸੀਂ ਆਪਣੀ ਮਿਹਰ ਕਰੋ। ਕਰ ਕਰਮ ਕਹਿੰਦੇ ਹਨ ਮਿਹਰ ਨੂੰ, ਆਪਣੀ ਮਿਹਰ ਕਰਕੇ ਸਾਨੂੰ ਬਚਾ ਲਵੋ। ਤੂੰ ਠਾਕੁਰ ਤੁਮ ਪਹਿ ਅਰਦਾਸ। ਠਾਕੁਰ ਤੋਂ ਭਾਵ ਮਾਲਕ, ਤੁਸੀਂ ਇਸ ਸ੍ਰਿਸ਼ਟੀ ਦੇ ਮਾਲਕ ਹੋ। ਤੁਹਾਡੇ ਅੱਗੇ ਸਾਡੀ ਅਰਜ਼ੋਈ ਅਰਦਾਸ ਤੋਂ ਭਾਵ ਬੇਨਤੀ ਹੈ। ਜੀਓ ਪਿੰਡ ਸਭ ਤੇਰੀ ਰਾਸ। ਜੀਓ ਤੋਂ ਭਾਵ ਜੀਵ ਆਤਮਾ, ਪਿੰਡ ਤੋਂ ਭਾਵ ਸਰੀਰ। ਇਹ ਸਾਡਾ ਸਰੀਰ ਔਰ ਇਸ ਦੇ ਵਿੱਚ ਰਹਿਣ ਵਾਲੀ ਜੀਵ ਆਤਮਾ, ਇਹ ਸਭ ਤੁਹਾਡੀ ਦਿੱਤੀ ਹੋਈ ਰਾਸ ਤੋਂ ਭਾਵ ਪੂੰਜੀ ਕੈਪੀਟਲ ਹੈ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ। ਤੁਸੀਂ ਸਾਡੇ ਮਾਤਾ ਜੀ ਹੋ, ਤੁਸੀਂ ਸਾਡੇ ਪਿਤਾ ਜੀ ਹੋ, ਅਸੀਂ ਤੁਹਾਡੇ ਨਿੱਕੇ ਗਰੀਬ ਬੱਚੇ ਹਾਂ। ਤੁਮਰੀ ਕਿਰਪਾ, ਜਦੋਂ ਤੁਸੀਂ ਕਿਰਪਾ ਕਰਦੇ ਹੋ ਉਸ ਦੇ ਵਿੱਚ ਹੀ ਅਸੀਂ ਸੁੱਖ ਪ੍ਰਾਪਤ ਕਰਦੇ ਹਾਂ, ਭਾਵੇਂ ਉਹ ਦੁਨਿਆਵੀ ਸੁੱਖ ਹਨ, ਭਾਵੇਂ ਉਹ ਆਤਮਿਕ ਸੁੱਖ ਹਨ। ਕੋਈ ਨ ਜਾਣੈ ਤੁਮਰਾ ਅੰਤ। ਕੋਈ ਵੀ ਤੁਹਾਡਾ ਅੰਤ ਨਹੀਂ ਪਾ ਸਕਦਾ। ਉੱਚੇ ਤੇ ਉੱਚਾ ਭਗਵੰਤ। ਤੁਸੀਂ ਉੱਚੇ ਤੋਂ ਉੱਚੇ, ਭਗਵੰਤ ਤੋਂ ਭਾਵ ਭਗਵਾਨ ਹੋ। ਸਗਲ ਸਮਗਰੀ ਤੁਮਰੈ ਸੂਤਰ ਧਾਰੀ। ਸਾਰੀ ਹੀ ਸਮੱਗਰੀ ਤੁਹਾਡੇ ਮਰਿਆਦਾ ਰੂਪ ਸੂਤਰ ਦੇ ਨਾਲ ਧਾਰੀ ਤੋਂ ਭਾਵ ਚੱਲ ਰਹੀ ਹੈ। ਤੁਮ ਤੇ ਹੋਏ ਸੋ ਆਗਿਆਕਾਰੀ। ਜਿਵੇਂ ਤੁਸੀਂ ਆਗਿਆ ਕਰਦੇ ਹੋ ਉਵੇਂ ਇਹ ਹਰੇਕ ਜੀਵ, ਪਸ਼ੂ, ਚੰਦ, ਸੂਰਜ, ਦਿਨ ਰਾਤ ਉਵੇਂ ਹੀ ਚੱਲਦੇ ਹਨ ਜਿਵੇਂ ਤੁਸੀਂ ਚਲਾਉਂਦੇ ਹੋ। ਤੁਮਰੀ ਗਤ ਮਿਤ ਤੁਮ ਹੀ ਜਾਨੀ। ਤੁਹਾਡੀ ਗਤ ਤੋਂ ਭਾਵ ਅਵਸਥਾ, ਮਿਤ ਤੋਂ ਭਾਵ ਮਰਿਆਦਾ, ਤੁਸੀਂ ਆਪ ਹੀ ਜਾਣਦੇ ਹੋ। ਨਾਨਕ ਦਾਸ ਸਦਾ ਕੁਰਬਾਨੀ। ਸਾਡਾ ਤਾਂ ਸਿਰਫ ਇੰਨਾ ਫਰਜ਼ ਹੈ ਕਿ ਅਸੀਂ ਤੁਹਾਡੇ ਤੋਂ ਬਲਿਹਾਰ 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 ਜਾਈਏ। ਇੱਥੇ ਧਿਆਨ ਦੇਣ ਵਾਲੀ ਗੱਲ ਹੈ, ਉੱਚੇ ਤੇ ਉੱਚਾ ਭਗਵੰਤ। ਜਦੋਂ ਅਰਦਾਸ ਹੁੰਦੀ ਹੈ ਜਾਂ ਸੰਗਤ ਦੇ ਵਿੱਚ ਕਈ ਵਾਰੀ ਪਾਠ ਹੁੰਦਾ ਹੈ ਤਾਂ ਉੱਥੇ ਖਾਸ ਕਰ ਅਸੀਂ ਸੰਗਤ ਉੱਚੇ ਸੇ, ਤੇ ਦੀ ਜਗ੍ਹਾ ਸੇ ਬੋਲ ਦਿੰਦੇ ਹਾਂ, ਉਹ ਬਿਲਕੁਲ ਗਲਤ ਹੈ। ਇਸ ਗੱਲ ਦਾ ਖਾਸ ਕਰਕੇ ਧਿਆਨ ਰੱਖਣਾ ਹੈ। ਫਿਰ ਉਸ ਤੋਂ ਨੈਕਸਟ ਲਾਈਨ, ਤੁਮ ਤੇ ਹੋਏ ਸੋ ਆਗਿਆਕਾਰੀ। ਉੱਥੇ ਵੀ ਸੰਗਤ ਤੁਮ ਸੇ ਹੋਏ ਸੋ ਆਗਿਆਕਾਰੀ ਸ਼ਬਦ ਵਰਤਦੀ ਹੈ, ਜੋ ਕਿ ਗਲਤ ਹੈ। ਉੱਚੇ ਤੇ ਤੁਮ ਤੇ, ਇਸ ਗੱਲ ਦਾ ਖਾਸ ਕਰਕੇ ਧਿਆਨ।